हर का विलोपना विलोकी पाई, हर का विलोपना विलोकी पाई। सहज विलो जैसे तक ना जाई, सहज विलो जैसे तक ना जाई, हर का विलोपना। वाहिगुरू जी का खालसा, वाहिगुरू जी की फतेह। गुरु की साध संगत जीओ, ਅਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ। ਅੱਜ ਦੀ ਸ਼ਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਨ ਦਾ ਅਤੇ ਗੁਰਬਾਣੀ ਵਿਚਾਰ ਸਰਵਣ ਕਰਨ ਦਾ ਸਾਨੂੰ ਸਤਿਗੁਰੂ ਜੀ ਨੇ ਅਵਸਰ ਬਖਸ਼ਿਸ਼ ਕੀਤਾ ਹੈ। ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ ਲੁਧਿਆਣੇ ਵਾਲੇ, ਤਿੰਨਾਂ ਦਾ ਸਮੂਹ ਕੀਰਤਨੀ ਜਥਾ ਬੜੇ ਹੀ ਬਜਟ ਵਿੱਚ, ਬੜੇ ਹੀ ਪਿਆਰ ਵਿੱਚ ਭਿੱਜ ਕੇ ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ। ਸਮੂਹ ਸੰਗਤ ਪ੍ਰਬੰਧ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੀ ਸਾਧ ਸੰਗਤ ਜੀਓ, ਅੱਜ ਦਾ ਇਹ ਬੜਾ ਸੁਭਾਗਾ ਦਿਨ ਹੈ ਕਿ ਸਿੱਖ ਪੰਥ ਦੇ ਵਿਦਵਾਨ, ਜਿਨ੍ਹਾਂ ਨੂੰ ਕਿ ਸਾਰਾ ਸਿੱਖ ਪੰਥ ਬੜਾ ਪਿਆਰ ਸਤਿਕਾਰ ਦਿੰਦਾ ਹੈ, ਅੱਜ ਸਾਡੇ ਵਿੱਚ ਹਾਜ਼ਰ ਹੋਏ ਹਨ। ਭਾਈ ਸਾਹਿਬ ਭਾਈ ਇੰਦਰਪਾਲ ਸਿੰਘ ਜੀ ਤੋਂ ਸਾਡੇ ਵੱਡੇ ਭਾਗ ਹਨ। ਸਮੂਹ ਸੰਗਤ ਪ੍ਰਬੰਧ ਵੱਲੋਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਨੂੰ। ਤੋਂ ਜਿਸ ਤਰ੍ਹਾਂ ਪ੍ਰੋਗਰਾਮ ਬਣਿਆ ਹੈ, ਭਾਈ ਸਾਹਿਬ ਜੀ ਤੋਂ ਪਹਿਲਾਂ ਮੇਰਾ ਖਿਆਲ ਭਾਈ ਸਾਹਿਬ ਸ਼ਿਵਦਰ ਸਿੰਘ ਜੀ ਹਾਜ਼ਰੀ ਸ਼ਬਦ ਜੀ ਪੜ੍ਹਨਗੇ। ਉਸ ਤੋਂ ਉਪਰੰਤ ਭਾਈ ਸਾਹਿਬ ਜੀ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਨਗੇ। ਮਹਿਮਾ ਸਾਰੂ ਸੰਗ ਕੀ ਗੁਰੂ ਮੇਰੇ ਮੀਕਾ, ਸੁਨੋ जुगो जुग अटल साहिब श्री गुरु ग्रंथ साहिब सच्चे पातशाह महाराज जी की पावन पवित्र हजूरी अंदर संध्या दे इस गुरमत दीवान दी आप जी हाजरी भर रहे हो। जो सतगुरु गुरु नानक साहब जी ने मनुख दे उधार वास्ते सानू ये रीत ये मर्यादा बख्शिश की थी। हजूर जिथे भी अपने मुबारक चरण पा कीर्तन नाम परमेश्वर दी सिफत सलाह दा छट्टा देंदे, उथे संगत नूं एक उपदेश दे के जांदे। आप संगत अमृत वेले और संध्या वेले एकत्र होके परमात्मा की सिफत सलाह करनी है। और खास करके करतारपुर साहिब सतगुरु
18 साल अपने इस पहले जामे विच जो बतीत किए उस बारे भाई साहब जी का एक बोल है, भाई गुरदास साहब जी का। फिर बाबा आया करतारपुर, भेख उदासी सकल उतारा, पहर संसारी कपड़े, मंजी बैठ किया अवतारा, बाणी मुखों उचारिए, होए रुशनाई मिटिया अंधियारा। सावन पाया है सखी, तन पे चित करे, वो तन पे चित करे, सावन आया है सखी। महिमा साधु संग की, सुनहो मेरे मीता। महिमा साधु संग की, सुनहो मेरे मीता। पहली गल तुसीं आनंद साहिब पढ़दे ਉਹਦੇ ਵਿੱਚ ਕਿਹਾ ਇਹ ਰਸਨਾ ਤੂੰ ਅਨਰਸ ਰਾਜ ਰਹੀ। ਰਸਨਾ ਨੂੰ ਕਿਹਾ ਨਾ ਇਹ ਨੇਤਰ ਹੋ ਮੇਰਿਓ ਹਰ ਤੁਮੇ ਜੋਤ ਤਰੀ। ਤੀਸਰਾ ਬਚਨ ਕਿਹਾ ਇਹ ਸਰਵਣ ਹੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ। ਨੱਕ ਨੂੰ ਤੇ ਕਿਹਾ ਹੀ ਨਹੀਂ। ਇੱਕ ਹੋਰ ਸੁਖਮਨੀ ਸਾਹਿਬ ਦਾ ਪਾਠ ਕਰਨੇ ਉੱਥੇ ਨਾਲ ਤਰੀਕਾ ਵੀ ਦੱਸਿਆ। ਸਿਆਣੇ ਕਹਿੰਦੇ ਆ ਤਕਰੀਬਨ 83% ਬੰਦੇ ਦੇ ਮਨ ਦੀ ਜਿਹੜੀ ਮੈਲ ਅੱਖਾਂ ਅੰਦਰ ਸੱਟਦੀ ਹੈ। ਜਿਸ ਬੰਦੇ ਦੇ ਲੋਚਨ ਠੀਕ ਨੇ 83%। ਉਂਝ ਮੈਂ ਕਹਿੰਦਾ ਭਾਈ ਸਾਹਿਬ ਨੇ ਕੀਰਤਨ ਕਰਦੇ ਰਹੇ ਭਾਈ ਗੁਰਮੇਜ ਸਿੰਘ ਜੀ ਨਾਲ। ਭਾਈ ਸਾਹਿਬ ਹੁਣੀ ਭਾਈ ਗੁਰਮੇਜ ਸਿੰਘ ਆਪ ਜੀ ਨਾਮ ਜਾਣਦੇ ਹੋ ਨਾ। ਭਾਈ ਭਾਈ ਗੁਰਮੇਜ ਸਿੰਘ, ਭਾਈ ਗੁਰਮੇਜ ਸਿੰਘ ਜੀ 8 ਸਾਲ ਦੀ ਉਮਰ 'ਚ ਉਹਨਾਂ ਦੇ ਨੇਤਰ ਚਲੇ ਗਏ। ਮੈਂ ਥਾਂ ਥਾਂ ਤੇ ਕਹਿੰਦਾ ਹੁੰਦਾ 8 ਸਾਲ ਤੱਕ ਉਹ ਦੇਖਦੇ ਰਹੇ। ਇੱਥੇ ਆਏ ਯਤੀਮਖਾਨੇ ਉਹਨਾਂ ਪੜ੍ਹਾਈ ਸ਼ੁਰੂ ਕੀਤੀ। ਦੇਖੋ ਗੁਰਮੁਖੋ 8 ਸਾਲ ਦੀ ਉਮਰ 'ਚ ਅੱਖਾਂ ਚਲੀਆਂ ਗਈਆਂ। ਇਹ ਗੱਲ ਭਾਈ ਵੀਰ ਸਿੰਘ ਉਹਨਾਂ ਨੇ ਸ਼ੁਰੂ ਕੀਤੀ ਸੀ ਨਾ ਯਤੀਮਖਾਨੇ ਜਿਹੜਾ ਵਿਦਿਆਲਿਆ। ਤੇ ਸ਼੍ਰੀਮਾਨ ਭਾਈ ਵੀਰ ਸਿੰਘ ਕਹਿੰਦੇ ਭਾਈ ਸਾਹਿਬ ਇੱਕ ਦਿਨ ਦੱਸ ਰਹੇ ਸਨ, ਕਹਿੰਦੇ ਆਉਂਦੇ ਹੁੰਦੇ ਸਾਂ ਅਸੀਂ ਬੱਚੇ ਸਾਂ ਮਿਲਦੇ ਸਾਂ, ਕਹਿੰਦੇ ਸਨ ਸ਼ਬਦ ਜ਼ੁਬਾਨੀ ਸੁਣਾਓ ਤੇ ਨਾਲ ਕਹਿੰਦੇ ਸਨ ਉਦਾਸ ਨਾ ਹੋਇਓ ਤੁਹਾਡੇ ਨੇਤਰ ਨਹੀਂ, ਤੁਹਾਨੂੰ ਗੁਰੂ ਨੇ ਕੀਰਤਨ ਤੇ ਸ਼ਬਦ ਦਾ ਨੇਤਰ ਦੇ ਦਿੱਤਾ। ਇਹ ਅੱਖਾਂ ਵਾਲੇ ਤੁਹਾਡੇ ਥੱਲੇ ਬੈਠ ਕੇ ਕੀਰਤਨ ਸੁਣਦੇ। ਇਹ ਤੁਹਾਨੂੰ ਸ਼ਬਦ ਦਾ ਭਾਈ ਸਾਹਿਬ ਨੇ ਨੇਤਰ ਨਹੀਂ ਪਰ ਗੁਰਮੁਖੋ 18 ਪੋਥੀਆਂ 18 ਹੈ ਨਾ 18 ਪੋਥੀਆਂ ਬਰੇਲ ਲਿਪੀ ਵਿੱਚ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਨੇ ਉਹਨਾਂ ਨੇ ਲਿਖ ਦਿੱਤੀਆਂ ਜਿਨ੍ਹਾਂ ਨੂੰ ਅੱਖਾਂ ਨਹੀਂ। ਤੇ ਤੁਸੀਂ ਸੱਚੀ ਦੱਸੋ ਆਪਾਂ ਅੱਖਾਂ ਵਾਲਾ ਪਾਠ ਕੀਤਾ ਕਾਹਦਾ ਇੰਦਰੇ ਹੋਏ ਫਿਰ ਜੀ। ਜਿਹਦੇ ਨੇਤਰ ਨਹੀਂ ਉਹਨਾਂ ਨੇ 18 ਤੇ ਉਹ ਪਾਠ ਕਰ ਰਹੇ ਅੱਜ ਕੱਲ ਸਹਿਜ ਭਾਵੇਂ 5 ਪਾਠ ਸ਼ਾਇਦ ਕਰ ਲਿਆ ਉਹਨਾਂ। ਉਹ ਸਿਰਫ ਬਰੇਲ ਤੁਹਾਨੂੰ ਪਤਾ ਬਰੇਲ ਲਿਪੀ ਆ ਸਕਿਨ ਨਾਲ ਗੁਰਮੁਖੋ ਨੇਤਰਾਂ ਤੋਂ ਬਿਨਾ ਹਾਲਾਂਕਿ ਉਸ ਲਿਪੀ ਦੀ ਪੜ੍ਹਦਿਆਂ ਬਹੁਤ ਐਸਤਾ ਐਸਤਾ ਪੜ੍ਹਿਆ ਜਾਂਦਾ। ਪਾਠ ਛੇਤੀ ਚਲੰਤ ਨਹੀਂ ਹੁੰਦਾ ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੀ ਮਹਿਲ ਹੋਈ ਗਏ ਆਈ ਕਿੱਥੋਂ। 83% ਦੇ ਕਰੀਬ ਬੰਦੇ ਦੀਆਂ ਅੱਖਾਂ ਅੰਦਰ ਮੈਲ ਸਕਦੀਆਂ ਨੇ। महिमा साधु संग की, महिमा साधु संग की, सुन हो मेरे मीता। गाँव कौन सा तो महिमा ਭਾਈ ਮੋਰ ਦੇ ਕੋਲ ਖੰਭ, ਉਹਦੀਆਂ ਅੱਖਾਂ, ਉਹਦੀ ਕਲਗੀ, ਉਹਦੀ ਆਵਾਜ਼, ਉਹਦੇ ਨਾਦ ਦਾ ਗੁਣ ਲਓ, ਉਹਦੇ ਪੈਰ ਦੇਖ ਕੇ ਉਹਦੇ ਔਗਣ ਨਾ ਚਟਾਰੋ। ਮੇਰੀ ਬੇਨਤੀ ਚੰਦਨ ਕੋਲ ਸੁਗੰਧੀ ਦੇਖੋ, ਸੱਪ ਨਾ ਦੇਖੋ। ਕਮਲ ਦੇ ਫੁੱਲ ਕੋਲ ਖੇੜਾ ਦੇਖੋ, ਨਿਰਲੇਪਤਾ ਦੇਖੋ, ਚਿੱਕੜ ਨਾ ਦੇਖੋ। ਅੰਬ ਦੇ ਫਲ ਦਾ ਰਸ ਦੇਖੋ, ਉਹਦੀ ਗੁਠਲੀ ਜ਼ਹਿਰ ਨਾ ਦੇਖੋ।
ਇਸੇ ਤਰ੍ਹਾਂ ਜਿੱਥੇ ਵੀ ਸਤ ਸੰਗਤ ਵਿੱਚ ਜਾਈਏ, ਭਾਈ ਸਾਹਿਬ ਕਹਿੰਦੇ ਝੁਕ ਕੇ ਗੁਣਾਂ ਦੀ ਦਾਤ ਲਓ, ਨਾ ਕਿ ਉੱਥੇ ਔਗਣ ਦੇਖ ਕੇ ਨਿੰਦਿਆ। ਦੇਖੋ ਭਾਈ ਸਾਹਿਬ ਦਾ ਬਚਨ ਹੈ, ਮੈਂ ਅਰਥ ਕਰ ਦਿੱਤੇ ਨੇ। जैसे नैन बैन सुंदर सरबंग मोर ताके पग और देख दोख ना विचारिए। अर्थ कर देते हैं, जैसे नैन बैन सुंदर सरबंग मोर ताके पग और देख दोख ना विचारिए। संदल सुगंध अत कोमल कमल जैसे कंटक बलोक ना अवगुण उरतारिए। ये तुक दोबारा सुनो, संदल सुगंध अत कमल कोमल जैसे कंटक बलोक ना अवगुण उरतारिए। एक तो आ गया कमल, एक संदल चंदन आ गया ना। जरा कंटक इन्हां दे दो अर्थ ने, एक कंटक का अर्थ हुंदा कंडा ते एक कंटक का अर्थ हुंदा सप। देखो उन्होंने कहा कंटक बलोक, अखर ही कोई शब्द ही कोई, कंटक बलोक ना अवगुण उतारी है। जैसे अमृत फल मिष्ट गुनाद स्वाद बीज करवाई के बुराई ना संभारी है। तैसे गुरु ज्ञान दान सब ते मांग लीजै, बंदना सकल भूत निंदा ना टिकाए। इस तुक नूं फिर सुनियो, तैसे गुरु ज्ञान दान सब ते मांग लीजै, बंदना सकल भूत निंदा ना टिकारिए। एक दो मैं थोड़ी इतिहास विचों भी बेनती कर देना प्यारिओ। एक साडे जिन्ने स्पिरिचुअल होए ना जी, सच्ची बहुत घट साडे सुनाया जाता है। पहली गल तो जो सुनान लगो किसी कौम नूं, किसी घर विच दुफाड़ पाना है, किसी बिजनेस नूं किसी दिन तबाह करना है, सब तो पहला काम शरारती लोग करते हैं, उन्हां दे परिवार विच एक दूजे के प्रति शक पैदा करते हैं। वो घर नहीं किसी वसदा जिथे शक पैदा हो सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु, का खालसा वाहिगुरू जी की फतेह जी। संगत जी माफ़ करो, सिमरन रोकिया ते आप जी बख्शिशां बख्श के माफ़ी दिओ। ते असी चाहुंदे सी कि भाई साहब नूं असीं सम्मानित करिए, ते इस करके आप जी का 1 मिनट का समा सिर्फ लेना। ते सतगुरु जी कृपा करन, भाई साहब जी दे चरणों च हथ जोड़ के बेनती है, प्लीज़ है तो कष्ट है, एक बारी उठियो जी। भाई सुंदर सिंह जी मैं कहूँगा कि सिर भाग तो शस्त्र भेटा करन जी। बोले सो निहाल। वाहिगुरू जी का खालसा। गग्गा गंगू पापी, गग्गा केरा, अंगन यानी, चच्चा चमकोर साहब, छच्छा छन्न बाबा कुमार माशकी जी, जज्जा ज्योति स्वरूप, जज्जा झूठानंद, नैया यतन, टट्टा टोटल मल, ठट्ठा ठंडा बुझ, डड्डा डल्ला सिंह, डड्डा टाल, नाना नाम जपना, तत्ता ताड़ी साहब, थत्था थे, दद्दा दया सिंह, तद्दा तनुक, नन्ना नंदों दी जंग, पप्पा पूजे शहीदियां, फफा फतेहगढ़ साहब, पप्पा बचित्तर सिंह, पप्पा पट्ठा साहब, मम्मा मोती राम मेहरा, यैया युद्ध, रारा राजे, लल्ला लक्ष्मी ब्राह्मणी, बाबा छोड़ा लाड़ा लाड़। अब बोले आ मुक्ता बोले
हर जन संत मिलन पाई, हर जन संत मिलन पाई, मेरा हर प्रभ दसो मैं भुख लगाई, मेरा हर प्रभ दसो मैं भुख लगाई, मेरी सरना पूर जग जीवन पावे, मेरी सरना जग जीवन गावे, मिल हर दर्शन मन की जय जियो, मिल सत्संग होई हर पाई, सब गाओ हर हर कथा मेरे मन पाई, 99% ਕਿਸੇ ਨੂੰ ਆਪਣਾ ਸੁੱਖ ਦੱਸੋਗੇ ਇੱਕ ਵਾਰੀ, ਅਗਲੀ ਵਾਰੀ ਤੁਹਾਡੇ ਨਾਲ ਨਫ਼ਰਤ ਨਾਲ ਦੇਖੇਗਾ। ਸੁੱਖ ਦੱਸੋ ਤੇ ਲੋਕ ਈਰਖਾ ਕਰਦੇ ਆ, ਦੁੱਖ ਦੱਸੋ ਤੇ ਲੋਕੀ ਮਜ਼ਾਕ ਉਡਾਉਂਦੇ ਆ। ਇਹ ਸੱਚ ਹੈ। ਸੁੱਖ ਜੋ ਪ੍ਰਮਾਤਮਾ ਨੇ ਸੁੱਖ ਦਿੱਤਾ, ਇਹ ਸਮਾਜ ਦਾ ਬੰਤਰ ਹੈ। ਸੁੱਖ ਸ਼ੇਅਰ ਕਰੋ ਤੇ ਈਰਖਾ ਦੇ ਸ਼ਿਕਾਰ ਬੰਦਾ ਹੋ ਜਾਂਦਾ ਹੈ। ਦੁੱਖ ਸਾਂਝਾ ਕਰੋ ਤੇ ਲੋਕ ਮਜ਼ਾਕ ਉਡਾਉਂਦੇ ਆ। ਉਸ ਬੱਚੇ ਦਾ ਨਾਮ ਸੀ ਪ੍ਰੇਮਾ। ਸਾਥੀ ਆਪ ਨੂੰ ਪਤਾ ਹੋਣੀ ਪ੍ਰੇਮਾ ਮਾਂ ਬਾਪ ਚਲੇ ਗਏ, ਭੋਏ ਭਾਂਡਾ ਚਲਾ ਗਿਆ, ਉਹ ਸੰਗਤ ਵਿੱਚ ਪੈ ਗਿਆ। ਚਲਾ ਸਭ ਕੁਝ ਗਿਆ, ਉਹ ਸੰਗਤ ਵਿੱਚ ਪੈ ਗਿਆ, ਸਰੀਰ ਰੋਗੀ ਹੋ ਗਿਆ, ਤਨ ਦੇ ਵਿੱਚੋਂ ਕੋੜ ਪੈ ਗਿਆ, ਖੂਨ ਨਿਕਲੇ। ਲੋਕਾਂ ਨੇ ਗਲ ਦੇ ਵਿੱਚ ਭਾਂਡਾ ਬੰਨ ਦਿੱਤਾ, ਲੰਘਦੇ ਕਿਸੇ ਨੇ ਰੋਟੀ ਸੜ ਜਾਣੀ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ, ਗੁਰੂ ਨਾਨਕ ਦੀ ਸੰਗਤ ਪਿੰਗਲਿਆਂ ਨੂੰ ਪਹਾੜਾਂ ਦੀ ਚੋਟੀ ਪਾਰ ਕਰਾ ਦਿੱਤੀ ਹੈ। ਗਲ 'ਚ ਰੋਟੀ ਦੇ ਟੁਕੜੇ ਸੜਦੇ ਨੇ ਭਾਂਡੇ 'ਚ। ਸਮਾਂ ਲੰਘਿਆ, ਕਿਸੇ ਪਰਉਪਕਾਰੀ ਨੇ ਕਿਹਾ, ਇਹ ਰੋਂਦਾ ਸੀ, ਇੱਕ ਪੀੜਾ, ਇੱਕ ਗਰੀਬੀ, ਕੋਈ ਸੁਣੇ ਕਿਹਾ ਕੰਮ ਕਰ, ਕਿਸੇ ਤਰੀਕੇ ਨਾਲ ਗੋਇੰਦਵਾਲ ਸਾਹਿਬ ਵਾਲੇ ਕੋਲ ਚਲਾ ਜਾ, ਜਿਹਦਾ ਕੋਈ ਨਹੀਂ ਹੁੰਦਾ ਉਹਦਾ ਉਹ ਬਣ ਜਾਂਦਾ। ਉੱਥੇ ਜਾ ਸਕਣਾ, ਕੋਈ ਕਹਿੰਦੇ ਰਗੜਦਾ ਨਹੀਂ। ਅਸੀਂ ਸੰਗਤ ਲੰਘੀ ਸ਼ਬਦ ਪੜ੍ਹਦੇ, ਇਹਨੇ ਸੁਣਿਆ, ਟਿਕਾ ਮਿਲਿਆ, ਪੁੱਛਦਾ ਕਿੱਥੇ ਚਲੇ ਹੋ? ਕਹਿੰਦੇ ਨੇ ਗੋਇੰਦਵਾਲ ਸਾਹਿਬ। ਕਹਿੰਦਾ ਇੱਕ ਪਰਉਪਕਾਰ ਕਰੋ, ਦੁਨੀਆ 'ਚ ਮੇਰਾ ਕੋਈ ਨਹੀਂ, ਮੈਨੂੰ ਸਾਰੇ ਕਹਿੰਦੇ ਨੇ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਗੁਰੂ ਅਮਰਦਾਸ। 12 ਬਖਸ਼ਾਂ ਮਿਲੀਆਂ ਨਾ, तुम हो निथान के थान, कर हो निमाने को मान, ये 12 बख्शां नौजवानों ने मोढे ते चुक लिया। नफरत नहीं की। देखो कोड़ी है, इतने सब तो पहला छू मिली, संगत ने हमदर्दी दिखाई। गुरमुखो, जिथे सिख सतसंगी बन के एक दूजे की हेल्प करदा, उत्थे कदी ईर्खा नहीं होंदी। उन्होंने चुक के लिया, एक गुरु संगत च बाहर बैठ गया, किसी ने प्रसादा छका देना, किसी ने खून साफ कर देना, कपड़े बदल देने। परमेश्वर की इन्नी कृपा वरती, गुरु अमरदास जी ने लंघना, मेर भरी नजर करनी, ये हथां च हथ कंबदे सन, खून वगदा सी, इन्हें मत्था टेकना। लंघते लंघते सिख एक एक तुक सिखाण लग पए। इन्हू इस तरह बाणी सिखाई, एक ने लंघना, एक तुक कहना, सारा दिन ये पढ़िया कर खाया है ना बोल, ये सतर पढ़, ये तुक पढ़। अज कल परसों संगत की इन्नी कृपा हुई, एक दिन सच्ची मुच्ची गिरदा निर्मल हो गया। अगे दुख नूं रोंदा सी,
ਹੁਣ ਬਿਰਹਾ ਵਿੱਚ ਆ ਕੇ ਸਾਈਂ ਦੇ ਪ੍ਰੇਮ ਵਾਸਤੇ ਰੋਂਦਾ। ਧੰਨ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਲੰਘੇ, ਵੇਖ ਕੇ ਕਹਿ ਲੱਗੇ ਘਬਰਾ ਨਾ, ਤੂੰ ਤਾਂ ਖੁਦ ਚੱਲ ਕੇ ਆ ਗਿਆ ਇਸ ਘਰ ਦੇ ਵਿੱਚ। ਆਪ ਗੁਰੂ ਤਾਂ ਉੱਥੇ ਚਲੇ ਗਏ ਸਨ ਜਿੰਨੇ ਸੁਨੇਹਾ ਵੀ ਨਿਕਲਿਆ। ਆਪ ਨੂੰ ਪਤਾ ਹੋਣਾ ਪਾਕਿਸਤਾਨ ਵਿੱਚ ਦੀਪਾਲਪੁਰ ਦਾ ਮੁਸਲਮਾਨ ਵੀਰ ਨੂਰੀ, ਜਿਹੜਾ ਕੋੜੀ ਸੀ, ਨੂਰੀ ਉਹਦਾ ਨਾਂ ਸੀ। ਨੂਰੀ ਦੇ ਝੌਂਪੜੀ 'ਚ ਗਏ, ਪਿੰਡ ਵਾਲਿਆਂ ਮਜ਼ਾਕ ਉਡਾ ਕੇ ਕਿਹਾ, ਬਾਬਾ ਜੀ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਮੈਂ ਰਾਤ ਰਹਿਣਾ, ਕੋਈ ਸਰਾਖ ਹੈ? ਉਹਨਾਂ ਕਿਹਾ ਜੀ ਉਹ ਨੂਰੀ ਨੇ ਸਰਾਖ ਬਣਾਈ ਹੈ। ਮਹਾਰਾਜ ਜੀ ਨੇ ਕਿਹਾ ਹਾਂ ਇੱਕ ਦਿਨ ਉਹਦੀ ਸਰਾਖ ਜ਼ਰੂਰ ਬਣੀ। ਤੂੰ ਤਾਂ ਆਪ ਚੱਲ ਕੇ ਆ ਗਏ, ਦਿਲ ਨਾ ਛੱਡੀ, ਬਾਣੀ ਪੜ੍ਹੀ। ਇਹਨੇ ਕੁਝ ਦਿਨਾਂ ਬਾਅਦ ਫਿਰ ਕਹਿਣਾ ਸ਼ੁਰੂ ਕੀਤਾ, ਸੁਣੋ ਲੋਕੋ ਇਹ ਭਇਆ ਵਡੇਰ ਗਿਆ ਕਛੋਟਾ ਲੱਦਾ ਫੇਰ। ਇਹ ਮਹਿਮਾ ਪ੍ਰਕਾਸ਼ ਦੇ ਬੋਲ ਨੇ, ਬਾਣੀ ਨੇ। ਗਿਆ ਕਛੋਟਾ ਲੱਦਾ ਫੇਰ ਦਾ ਮਤਲਬ ਸੀ ਲੋਕੋ ਵੇਖੋ ਆ ਚਰਜ ਖੇਡ, ਮੈਂ ਸ਼ਰੀਰ ਕਰਕੇ ਦੁਖੀ ਸਾਂ, ਮੌਤ ਆ ਜਾਏ। ਇਸ ਗੁਰੂ ਨੇ ਨਹੀਂ ਬਰਕਤ ਕੀਤੀ, ਮੇਰੇ ਇਸ ਵਾਸ਼ਨਾ ਤੇ ਬਿਮਾਰੀ ਭਰੇ ਸਰੀਰ ਨੂੰ ਅਰੋਗ ਕਰ ਦਿੱਤਾ ਹੈ। ਤੇ ਬਾਣੀ ਪੜਨ ਲੱਗ ਪਿਆ, ਸਿਮਰਨ ਕਰ ਲੱਗ ਪਿਆ। ਗੁਰਮੁਖੋ ਗੁਰੂ ਸੰਗਤ 'ਚ ਬੜੀਆਂ ਬਰਕਤਾਂ 'ਚ, ਪਰ ਮੈਂ ਕੱਲ ਜਿੰਨਾ ਕਥਾ ਸੁਣੀ ਗੁਰੂ ਸੰਗਤ 'ਚ ਆਈਏ ਕਿਵੇਂ? ਜੇ ਇੱਥੇ ਆਏ ਥੋੜਾ ਜਿਹਾ ਸੁਣਿਆ, ਬਾਹਰ ਜੋਟੀਆਂ ਬਣਾ ਕੇ ਗੱਪਾਂ ਛੱਪਾਂ ਮਾਰੀਆਂ, ਚਾਰ ਬੰਦਿਆਂ ਦੀ ਨਿੰਦਿਆ ਕੀਤੀ, ਫਿਰ ਗੁਰੂ ਦਾ ਕਸੂਰ ਕੋਈ ਨਾ ਕਰਿਓ, ਕਿਉਂਕਿ ਬਾਂਸ ਨੂੰ ਫੂਕ ਮਾਰਿਆ, ਬਾਂਸ ਦੇ ਕਸੂਰ ਇਹ ਹਵਾ ਨਹੀਂ ਰੋਕ ਸਕਦਾ। ਕਬੀਰ ਸਾਚਾ ਸਤਿਗੁਰ ਕਿਆ ਕਰੇ। ਉੱਥੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਾਣੀ ਪੜਨ ਲੱਗ ਪਿਆ, ਚਿਹਰਾ ਬਦਲ ਗਿਆ। ਇੱਕ ਦਿਨ ਇੰਨਾ ਬਿਰਹਾ ਚ ਆ ਕੇ ਸ਼ਬਦ ਪੜ੍ਹੇ ਉੱਚੀ ਉੱਚੀ, ਗੁਰੂ ਅਮਰਦਾਸ ਜੀ ਨੇ ਕਿਹਾ ਇਹਨੂੰ ਇਸ਼ਨਾਨ ਕਰਾ ਕੇ ਲਿਆ। ਇਸ਼ਨਾਨ ਕਰਾ ਕੇ ਲਿਆਂਦਾ, ਕੱਪੜੇ ਪਾਏ, ਏਡਾ ਸੋਹਣਾ ਚਿਹਰਾ ਨਿਕਲਿਆ। ਨਾਮ ਪ੍ਰੇਮਾ ਸੀ। ਮਹਾਰਾਜ ਕਹਿ ਲੱਗੇ ਇਹ ਤਾਂ ਮੇਰਾ ਮੁਰਾਰੀ ਹੈ, ਸਾਂਵਲੇ ਰੰਗ ਵਾਲਾ ਮੁਰਾਰੀ ਹੈ। ਉਹ ਸ਼ੁਕਰ ਦੇ ਅਥਰੂ ਸਨ ਉਹਦੀਆਂ ਅੱਖਾਂ 'ਚ। ਮਹਾਰਾਜ ਜੀ ਕਹਿੰਦੇ ਕੋਈ ਹੈ ਸਿੱਖ ਜਿਹੜਾ ਆਪਣੀ ਧੀ ਦਾ ਰਿਸ਼ਤਾ ਦੇ ਰਹੇ ਨੇ? ਯਾਦ ਰੱਖੋ ਕਿੱਥੋਂ ਬੰਦਾ ਤੁਰਿਆ। ਮੈਂ ਤਾਂ ਉਦਾਹਰਨ ਲਈ ਪਿੰਗਲ ਪਰਬਤ ਪਾਰ ਪਰ ਢੇਰੀ ਤਾਂ ਬੈਠਾ ਹੈ। ਕੋਈ ਸਿੱਖ, ਉਸ ਵਕਤ ਭਾਈ ਸ਼ੀਆਂ ਜੀ ਸੇਵਾ ਕਰ ਰਹੇ ਸਨ। ਉਹਨਾਂ ਕਿਹਾ ਮਹਾਰਾਜ ਮੈਂ ਬੇਟੀ ਦਾ ਰਿਸ਼ਤਾ ਦਿੱਤਾ, ਮੈਂ ਧੀ ਦਾ ਰਿਸ਼ਤਾ ਦਿੱਤਾ। ਉਸ ਬੇਟੀ ਦਾ ਨਾਮ ਸੀ ਮੱਥੋ। ਮੈਂ ਰਿਸ਼ਤਾ ਦਿੱਤਾ। ਉਹਦੇ ਘਰੋਂ ਜਿਹੜੀ ਬੀਬੀ ਸੀ, ਬੇਟੀ ਦੀ ਮਾਂ ਭਾਈ ਸ਼ੀਏ ਦੇ ਘਰੋਂ ਬੀਬੀ, ਉਹ ਸਖਤ ਸੀ ਥੋੜੀ ਜੀ। ਉਹ ਲੰਗਰ ਦੇ ਵਿੱਚ ਆਟਾ ਗੁੰਨ ਰਹੀ ਸੀ ਤੇ ਕਿਸੇ ਜਾ ਕੇ ਕਿਹਾ ਤੂੰ ਆਟਾ ਗੁੰਨੀ ਜਾ, ਤੇਰੀ ਧੀ ਤਾਂ ਕੋੜੀ ਦੇ ਲੜ ਲਾ ਦਿੱਤੀ, ਕਿਉਂਕਿ ਲੋਕ ਇੱਕ ਬਿਰਤੀ ਵਾਲੇ ਨਹੀਂ ਹੁੰਦੇ। ਕੋੜੀ ਦੇ ਲੜ ਲਾ ਦਿੱਤੀ। ਉਹ ਇਸ ਤਰ੍ਹਾਂ ਹੱਥ ਭਰੇ ਸਿੱਧੀ ਚਲੀ ਗਈ। ਮਹਾਰਾਜ ਦੇਖੋ ਇਹ ਕੀ ਕੀਤਾ। ਸਤਿਗੁਰੂ ਮੁਸਕਰਾ ਪਏ। ਮੁਰਾਰੀ ਕੋਲ ਬੈਠਾ ਸੀ, ਕਹਿਣ ਲੱਗੇ ਮਹਾਰਾਜ ਮੇਰੀ ਧੀ ਕਿਤੇ ਲੜ ਲਾਉਣ ਲੱਗੇ ਹੋ? ਇਹਦਾ ਮਾਂ ਪਿਓ ਕੌਣ, ਇਹਦਾ ਖਾਨਦਾਨ ਕੀ, ਇਹ ਕੀ ਕਰਦਾ? ਤੁਹਾਨੂੰ ਪਤਾ ਹੈ ਆਪ ਮਹਾਰਾਜ ਸਮਰੱਥ ਹੋ। ਜਦੋਂ ਬੋਲ ਕੇ ਹਟ ਗਏ ਹਜ਼ੂਰ ਨੇ ਕਿਹਾ ਇਹਦੇ ਮਾਂ ਬਾਪ ਦਾ ਨਾਮ ਅਮਰਦਾਸ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਇਹ ਕੱਲੀ ਜਜ਼ਬਾਤ ਲਈ ਨਹੀਂ, ਕਿੱਥੋਂ ਬੰਦਾ ਤੁਰਿਆ? ਉਹ ਗੁਰਮੁਖੋ ਗੁਰੂ ਨਾਨਕ ਸਾਹਿਬ ਦਾ ਘਰ ਬਰਕਤਾਂ ਵਾਲਾ ਘਰ ਹੈ। ਕਹਿੰਦੇ ਇਹਦੇ ਮਾਤਾ ਪਿਤਾ ਦਾ ਨਾਮ ਅਮਰਦਾਸ ਹੈ। ਤੇਰੀ ਬੇਟੀ ਮੈਂ ਆਪਣੀ ਝੋਲੀ 'ਚ ਪਾਣਾ, ਮੈਨੂੰ ਆਪਣੀ ਧੀ ਦੇ ਦੇ। ਬਸ ਇੰਨੇ ਸ਼ਬਦ ਕਹਿ ਉਹਨੇ ਚਰਨ ਫੜ ਲਏ। ਹਜ਼ੂਰ ਨੇ ਫਿਰ ਸ਼ਾਦੀ ਕੀਤੀ। ਉਹਦਾ ਨਾਮ ਮੱਥੋ, ਇਹਦਾ ਨਾਮ ਮੁਰਾਰੀ ਰੱਖਿਆ। ਨਾਲ ਸ਼ਬਦ ਕਿਹਾ ਪੁੱਤਰ ਅੱਜ ਤੋਂ ਬਾਅਦ ਸੰਗਤਾਂ ਤੇਰਾ ਨਾਮ ਪਹਿਲਾਂ ਲੈਣਗੀਆਂ ਤੇ ਪ੍ਰੇਮੇ ਦਾ ਬਾਅਦ ਚ ਲੈਣਗੀਆਂ। ਇਕੱਠਾ ਨਾਮ ਰੱਖ ਦਿੱਤਾ ਮੱਥੋ ਮੁਰਾਰੀ। ਪਤਾ ਹੋਣਾ ਮੁਰਾਰੀ ਮੱਥੋ ਨਹੀਂ, ਮੱਥੋ ਮੁਰਾਰੀ। ਗੁਰਮੁਖੋ ਧਿਆਨ ਨਾਲ ਸੁਣਿਓ, ਇੱਥੇ ਜ਼ਿੰਦਗੀ ਪਲਟਦਿਆਂ ਕੋਈ ਪਤਾ ਨਹੀਂ ਲੱਗਦਾ। ਗੁਰੂ ਸਾਹਿਬ ਅੰਤਲੇ ਸਾਹ ਤੱਕ ਵੀ ਕਹਿੰਦੇ ਨਿਰਾਸ਼ ਨਹੀਂ ਹੋਣਾ, ਨਿਰਾਸ਼ਾ ਨਹੀਂ, ਚੜ੍ਹਦੀ ਕਲਾ। ਭਾਈ ਵੀਰ ਸਿੰਘ ਜੀ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਧੀ ਰੱਖਣਾ। ਕਿੱਥੋਂ ਬੰਦਾ ਤੁਰਿਆ? ਤੇ ਜਿਸ ਵਕਤ ਗੁਰਦੇਵ ਨੇ 22 ਪ੍ਰਚਾਰਕ ਥਾਪੇ, 22 ਮੰਜੀਆਂ ਦਿੱਤੀਆਂ। ਜਿਹੜੇ ਮੰਜੀ ਤੇ ਬੈਠ ਕੇ ਉਪਦੇਸ਼ ਕਰਦੇ ਨੇ, ਉਹਨਾਂ 22 ਮੰਜੀਆਂ ਵਿੱਚੋਂ ਇੱਕ ਮੰਜੀ ਮੱਥੋ ਤੇ ਮੁਰਾਰੀ ਨੂੰ ਦਿੱਤੀ। ਉਹ ਸੰਗਤ ਨੂੰ ਉਪਦੇਸ਼ ਕਰ ਰਹੇ ਸਨ। ਹੁਣ ਮੇਰੀ ਬੇਨਤੀ ਹੈ ਜੀ, ਇਹ ਸੰਗਤ ਦੀ ਬਰਕਤ ਨਹੀਂ। ਮਹਾਰਾਜ ਨੇ ਫਰਮਾਇਆ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਕੀਤਾ। ਮੂਰਖ ਜਿਹੜੇ ਨੇ
4 वेदां दे ज्ञाते हो गए। पजोखरा साहब ठीक है, भाई छज्जी चूहे, ये चलो साडे बंदे अजकल जिहड़े पढ़े लिखे ने चंगा, उन्हां नूं नमस्कार है जी मेरी। साडी आस्था इन्नी है, मेरे गुरु कोल इन्नी समर्थ है, वो मूर्ख नूं विद्वान बना सकता है। विद्वान हौमे च आके बड़क मारे ते एक गलती करा के मूर्ख बना सकता है। पेखारी ते राज करावे, राजा ते पेखारी, खल मूर्ख ते पंडित करबो, पंडित ते मुगदारी। उत्थे 4 वेदां दा ज्ञाता है बन गया। महाराज कहते देखो भाई फिर तुक तो दूर नहीं जाना। महिमा साधु संग की, पिंगुल पर्वत पार परे खल चतुर्भ कीता, अंबले तर भवन सीझिया। अन्ने बंदे नूं तिन्ना भवनां दी सोझी आ गई। गुरमुखो एक अन्ना है जिन्हों अखां नाल नहीं दिसदा। साडी पंजाबी शब्दावली च अन्ना कहने हैं ना, अन्ना ते एक हुंदा काना। काने विच ते अन्ने च फर्क है थोड़ा जिहा। गुरु साहब ने इसे करके लफ्ज वरत्या हिंदू अन्ना तुरकू काना। काना दोहां ते ज्ञानी सियाना, पर उस ज्ञानी दे अर्थ एक कम्यूनिटी नाल जोड़ के नहीं करने, जिन्हों तुर अंदर परमेश्वर का ज्ञान हो चुका है। ब्रह्म ज्ञानी वाहिगुरू जी, ये भगत नामदेव जी का शब्द है। अन्ना हुंदा जिन्हों बिल्कुल नहीं दिसदा, ते काना वो हुंदा जिन्हों एक नजर है थोड़ा घट दिसदा, या एक अख चली जाए कहने काना। महाराज ने फरमाया जेडे लोग सच्ची मुची अखां भी मिलदियां ने, दरबार साहब रहमतां नित प्रति वरदियां ने, एवें कही जी नहीं जी हुंदा ही नहीं जी। मैं एको बेनती करांगा, सिखो सीधी जी गल जे, मैं किसी की गल नूं कट्टण तो पहला प्रैक्टिकल कमा के देख लीजिए। किते गुरु रामदास जी हजूरी च बैठ के तो देखिए, जिन्हों समझ कोई नहीं। गुरबाणी ने अन्ना उन्होंने नहीं मन्निया जिहदियां अखां चलियां गईयां। गुरु ग्रंथ साहब कहते अन्ना होवे जिहड़ा सब कोई दुनिया दा वेखदा, कदी गुरु की बाणी नहीं पढ़ी, जिहड़ा खसम तो टुट गया। अंधे ए ना आखियन जिन मुख लोए नाहे, जिन्हां दियां अखां दे उत्ते अखां च जोत नहीं, उन्हां नूं अन्ने मत कहो। अंधे से नानका खसमों उत्थे जाए। अन्ने ओ ने जिहड़े खसम तो उत्थे रह गए। मुस दिन भी क्या सी उत्ते शायद भाई साहब कीर्तन सिक्ख्या, भाई गुरमेज सिंह दी रीत पढ़ी इन्हां ने, भाई साहब दी सी, बिन भागा सत्संग ना लभे। गुरमुखो मैं जब पीठ कर लगा, साडियां अखां ने ना, बड़े ऐसे सज्जन होंगे, मैं नेगेटिव नहीं कहूँगा, जिन्हों ने रुमाल चुक के भी गुरु ग्रंथ साहब का हुक्मनामा नहीं लिया। बहुत कोई दुनिया का देखा। भाई गुरमेज सिंह हयाती च ने 8 साल की उम्र जोत चली गई। गुरमुखो उन्होंने 18 पोथियां बरेल लिपि विच लिखियां ने, जिन्होंने नजर नहीं आता गुरु ग्रंथ साहब के दर्शन कर लए।